ਧੰਨ ਵਾਹਿਗੁਰੂ ਜੀਓ। ਗੌੜੀ ਖਾਟ ਨੇਮ ਕਰ ਕੋਠੜੀ ਬਾਂਧੀ, ਬਸਤ ਅਨੂਪ ਬੀਚ ਪਾਈ। ਕੁੰਜੀ ਕੁਲਫ ਪ੍ਰਾਨ ਕਰ ਰਾਖੇ, ਕਰਤੇ ਬਾਰ ਨਾ ਲਾਈ। ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੈ ਜਨਮ ਗਵਾਇਓ। ਚੋਰ ਮੁਸੈ ਘਰ ਜਾਈ ਰਹਾਉ, ਪੰਚ ਪਹਿਰੁਆ ਦਰ ਮਹਿ ਰਹਤੇ। ਤਿਨ ਕਾ ਨਹੀਂ ਪਤੀਆਰਾ, ਚੇਤ ਸੁਚੇਤ ਚਿਤ ਹੋਏ ਰਹੋ। ਤੋ ਲੈ ਪ੍ਰਗਾਸ ਉਜਾਰਾ, ਨੌ ਘਰ ਦੇਖ ਜੋ ਕਾਮਨ ਭੂਲੀ। ਬਸਤ ਅਨੂਪ ਨਾ ਪਾਈ, ਕਹਿਤ ਕਬੀਰ ਨਵੇਂ ਘਰ ਮੂਸੇ। ਦਸਵੇਂ ਤਤ ਸਮਾਈ, ਨੌ ਘਰ ਦੇਖ ਜੋ ਕਾਮਨ ਭੂਲੀ। ਬਸਤ ਅਨੂਪ ਨਾ ਪਾਈ, ਕਹਿਤ ਕਬੀਰ ਨਵੇਂ ਘਰ ਮੂਸੇ। ਦਸਵੇਂ ਤਤ ਸਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੀ ਸਤ ਸੰਗਤ ਜੀਓ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਇਹ ਉੱਤਮ ਸਮਾਂ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਆਪ ਜੀ ਨੇ ਬੜੇ ਸਤਿਕਾਰ ਪ੍ਰੇਮ ਸਹਿਤ ਸਰਵਣ ਕੀਤੇ ਨੇ। ਉਪਰੰਤ ਆਪ ਜੀ ਨੇ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਗੌੜੀ ਰਾਗ ਵਿੱਚੋਂ, ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 339 ਉੱਪਰ ਸੁਭਾਈਮਾਨ ਹੈ, ਸਰਵਣ ਕੀਤਾ ਹੈ। ਭਗਤ ਜੀ ਨੇ ਇਸ ਪਾਵਨ ਸ਼ਬਦ ਰਾਹੀਂ ਮਨ ਨੂੰ ਸੰਬੋਧਨ ਹੋ ਕੇ ਆਪਣੇ ਨਿੱਜ ਨੂੰ, ਆਪਣੇ ਅਸਲੇ ਨੂੰ, ਆਪਣੇ ਮੂਲ ਨੂੰ ਪਛਾਣਨ ਦੀ ਪ੍ਰੇਰਣਾ ਕੀਤੀ ਹੈ। ਇੱਕ ਉਹ ਨੀਂਦ ਹੈ ਜਿਸ ਵਿੱਚ ਸਾਨੂੰ ਕਿਸੇ ਕਿਸਮ ਦਾ ਖਿਆਲ ਨਹੀਂ ਰਹਿੰਦਾ। ਬੜੀ ਬੇਹੋਸ਼ੀ ਦੀ ਹਾਲਤ ਵਿੱਚ ਇਨਸਾਨ ਸੌਂਦਾ ਹੈ। ਉਸ ਦੇ ਲਾਗੇ ਕਈ ਵਾਰ ਸ਼ੋਰ ਸ਼ਰਾਬਾ ਵੀ ਹੋਵੇ, ਆਸੇ-ਪਾਸੇ ਥੋੜ੍ਹਾ ਬਹੁਤ ਖੜਕਾ ਵੀ ਹੋਵੇ, ਉਸ ਨੂੰ ਪਤਾ ਨਹੀਂ ਲੱਗਦਾ। ਪਰ ਇੱਕ ਸਤਹੀ ਨੀਂਦ ਹੈ ਜਿਸ ਵਿੱਚ ਮਨੁੱਖ ਨੂੰ ਪਤਾ ਤੇ ਹੁੰਦਾ ਹੈ ਕਿ ਅਲਾਰਮ ਵੱਜ ਗਿਆ ਹੈ, ਜਾਂ ਮੈਨੂੰ ਕਿਸੇ ਨੇ ਆਵਾਜ਼ ਦਿੱਤੀ ਹੈ, ਜਾਂ ਮੇਰੇ ਦਰਵਾਜ਼ੇ ਦੇ ਉੱਤੇ ਮੈਨੂੰ ਕੋਈ ਬੁਲਾਉਣ ਵਾਲਾ ਜਾਂ ਲੈ ਕੇ ਜਾਣ ਵਾਲਾ ਖੜਾ ਹੈ। ਇਸ ਗੱਲ ਦਾ ਪਤਾ ਹੁੰਦਿਆਂ ਹੋਇਆਂ ਵੀ ਕਈ ਵਾਰ ਇਨਸਾਨ ਆਲਸੀ ਹੋ ਕੇ ਪਿਆ ਰਹਿੰਦਾ ਹੈ।
ਭਾਵ ਥੋੜਾ ਥੋੜਾ ਪਤਾ ਲੱਗ ਰਿਹਾ ਹੈ ਕਿ ਉੱਠਣਾ ਚਾਹੀਦਾ ਹੈ, ਸਮਾਂ ਹੋ ਗਿਆ ਹੈ। ਪਰ ਮਨੁੱਖ ਆਲਸ ਕਰਦਾ ਹੋਇਆ ਸੌਣ ਦਾ ਯਤਨ ਕਰਦਾ ਹੈ। ਘਰ ਵਿੱਚ ਚੋਰ ਆ ਗਏ ਹਨ, ਘਰ ਨੂੰ ਲੁੱਟ ਰਹੇ ਨੇ, ਸਮਾਨ ਇਕੱਠਾ ਕਰ ਰਹੇ ਨੇ, ਚੀਜ਼ਾਂ ਚੋਰੀ ਕਰ ਰਹੇ ਨੇ, ਪਰ ਮਨੁੱਖ ਨੂੰ ਆਪਣਾ ਬਿਸਤਰ ਪਿਆਰਾ ਹੈ। ਉਸ ਨੂੰ ਲੱਗਦਾ ਹੈ ਉੱਠਾਂਗਾ, ਜਾ ਕੇ ਰੋਕਾਂਗਾ, ਇਸ ਨਾਲੋਂ ਚੰਗਾ ਮੈਂ ਲੇਟਿਆ ਰਹਾਂ, ਕੋਈ ਗੱਲ ਨਹੀਂ। ਜਦੋਂ ਚੋਰ ਚੋਰੀ ਕਰਕੇ ਚਲੇ ਜਾਂਦੇ ਨੇ, ਫਿਰ ਜਦੋਂ ਉਹਦੀ ਮਰਜ਼ੀ ਹੁੰਦੀ ਹੈ ਉੱਠਦਾ ਹੈ। ਜਦੋਂ ਉੱਠਣ ਦਾ ਉਹਦਾ ਮਨ ਹੋ ਜਾਂਦਾ ਹੈ, ਫਿਰ ਉਹ ਰੌਲਾ ਪਾਉਂਦਾ ਹੈ, ਚੋਰ ਹਨ, ਚੋਰ ਹਨ, ਮੈਂ ਲੁੱਟਿਆ ਗਿਆ, ਮੈਨੂੰ ਬਚਾਓ। ਜਦੋਂ ਖੁਦ ਨੂੰ ਪਤਾ ਸੀ ਵੀ ਚੋਰ ਆਏ ਨੇ, ਐਨ ਮੌਕੇ ਦੇ ਉੱਤੇ ਰੌਲਾ ਪਾਉਣ ਦੀ ਬਜਾਏ ਉਸ ਨੂੰ ਆਪਣਾ ਬਿਸਤਰ, ਆਪਣਾ ਆਲਸ ਜ਼ਿਆਦਾ ਪਿਆਰਾ ਲੱਗਿਆ। ਜਦੋਂ ਹੁਣ ਚੋਰ ਸਭ ਕੁਝ ਲੁੱਟ ਪੁੱਟ ਕੇ ਨਿਕਲ ਗਏ ਹਨ, ਉਸ ਤੋਂ ਬਾਅਦ ਵੇਲਾ ਵਿਹਾ ਕੇ, ਸਮਾਂ ਗੁਜ਼ਾਰ ਕੇ, ਜਦੋਂ ਪਤਾ ਲੱਗਿਆ ਵੀ ਹੁਣ ਉੱਠਣਾ ਪੈਣਾ ਹੈ, ਉਦੋਂ ਰੌਲਾ ਪਾਉਣ ਲੱਗਿਆ, ਚੋਰ ਚੋਰ, ਮੈਨੂੰ ਬਚਾਓ, ਮੇਰਾ ਘਰ ਲੁੱਟਿਆ ਗਿਆ। ਹੁਣ ਕੀ ਲਾਭ ਹੈ? ਇਸ ਕਥਨ ਦਾ ਭਾਵ ਇਹ ਹੈ, ਕੁਝ ਚੀਜ਼ਾਂ ਦਾ ਮਨ ਨੂੰ ਗਿਆਨ ਨਹੀਂ ਵੀ ਇਹ ਗਲਤ ਹੈ। ਉਸ ਨੂੰ ਅਸੀਂ ਡੂੰਘੀ ਨੀਂਦ ਕਹਿੰਦੇ ਹਾਂ। ਅਗਿਆਨਤਾ ਦੀ ਡੂੰਘੀ ਨੀਂਦ ਵਿੱਚ ਮਨ ਸੁੱਤਾ ਹੋਇਆ, ਉਸ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕੁਝ ਗਲਤ ਹੋ ਰਿਹਾ ਹੈ, ਉਸ ਨੂੰ ਸਮਝ ਹੀ ਨਹੀਂ ਪੈ ਰਹੀ ਵੀ ਕੁਝ ਮਾੜਾ ਵਾਪਰ ਰਿਹਾ ਹੈ, ਕੁਰਾਹੇ ਪੈ ਰਿਹਾ ਹੈ ਜੀਵਨ। ਪਰ ਇੱਕ ਸਤਹੀ ਨੀਂਦ ਹੈ ਮਨ ਦੀ, ਉੱਪਰਲੀ ਸਤ੍ਹਾ ਦੀ, ਜਿੱਥੇ ਕੁਝ ਮਨ ਨੂੰ ਪਤਾ ਹੈ ਕਿ ਇਹ ਗਲਤ ਹੈ, ਫਿਰ ਵੀ ਉਹਨੂੰ ਅਸੈਪਟ ਕਰਦਾ ਹੈ, ਫਿਰ ਵੀ ਉਹਨੂੰ ਪ੍ਰਵਾਨ ਕਰਦਾ ਹੈ, ਫਿਰ ਵੀ ਉਹਦੀ ਪ੍ਰੈਕਟਿਸ ਕਰਦਾ ਹੈ, ਫਿਰ ਵੀ ਉਸ ਔਗਣ ਨੂੰ ਰੋਕਦਾ ਨਹੀਂ, ਉਸ ਤੋਂ ਸੁਚੇਤ ਨਹੀਂ ਹੁੰਦਾ। ਭਗਤ ਕਬੀਰ ਜੀ ਨੇ ਆਪਣੇ ਇੱਕ ਸ਼ਲੋਕ ਵਿੱਚ ਮਨ ਦੀ ਅਜਿਹੀ ਦਸ਼ਾ ਬਾਰੇ ਲਿਖਿਆ ਹੈ, ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ। ਇੱਕ ਤਾਂ ਇਹ ਨਾ ਵੀ ਪਤਾ ਨਹੀਂ, ਅਣਜਾਣ ਹੈ, ਬੇਸਮਝ ਹੈ। ਬੇਸਮਝ ਮਨੁੱਖ ਨਾਲੋਂ ਜਾਣ ਬੁੱਝ ਕੇ ਗਲਤੀ ਕਰਨ ਵਾਲਾ ਜ਼ਿਆਦਾ ਖਤਰਨਾਕ ਹੈ, ਕਿਉਂਕਿ ਉਹ ਆਪਣੀ ਸਵੈ ਇੱਛਾ ਨਾਲ ਕਰਦਾ ਹੈ, ਉਹ ਆਪਣੀ ਮਰਜ਼ੀ, ਆਪਣੀ ਅੰਦਰੋਂ ਚੇਤਨਾ ਦੇ ਨਾਲ ਉਹ ਕੰਮ ਕਰਦਾ ਹੈ, ਉਹਦੀ ਖੁਦ ਦੀ ਇਨਵੋਲਵਮੈਂਟ ਹੈ ਵਿੱਚ, ਉਹ ਚਾਹੁੰਦਾ ਹੈ ਕਿ ਇਸ ਤਰ੍ਹਾਂ ਹੋਵੇ। ਇੱਕ ਤਾਂ ਇਹ ਨਾ ਵੀ ਮਨੁੱਖ ਨੂੰ ਪਤਾ ਹੀ ਨਹੀਂ ਵੀ ਕੀ ਹੈ, ਉਹ ਬਖਸ਼ਿਆ ਜਾ ਸਕਦਾ ਹੈ। ਉੱਥੇ ਉਸ ਕੋਲ ਇੱਕ ਨੁਕਤਾ ਹੈ ਕਿ ਇਹਨੂੰ ਪਤਾ ਹੀ ਨਹੀਂ ਸੀ, ਪਤਾ ਹੁੰਦਾ ਤੇ ਸ਼ਾਇਦ ਬਚ ਜਾਂਦਾ। ਪਰ ਇੱਕ ਹੈ ਕੁਝ ਪਤਾ ਹੈ, ਇਹਦੇ ਬਾਵਜੂਦ ਵੀ ਉਹਨੇ ਆਪਣੇ ਆਪ ਨੂੰ ਰੋਕਿਆ ਨਹੀਂ, ਤੇ ਉਸ ਦਾ ਰੀਜ਼ਨ, ਉਸ ਦਾ ਕਾਰਨ ਹੈ ਕਿ ਉਹ ਚਾਹੁੰਦਾ ਹੈ ਕਿ ਇਸ ਤਰ੍ਹਾਂ ਹੋਏ, ਉਹਨੂੰ ਚਸਕਾ ਪੈ ਗਿਆ ਹੈ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਮਨ ਜਾਣੈ ਸਭ ਬਾਤ। ਕਈ ਵਾਰ ਮਨ ਹਰ ਗੱਲ ਨੂੰ ਜਾਣਦਾ ਹੈ, ਸਮਝਦਾ ਹੈ ਵੀ ਇਹ ਗਲਤ ਹੈ, ਪਰ ਹੁੰਦਾ ਕੀ ਹੈ, ਜਾਣਤ ਹੀ ਔਗਣ ਕਰੇ। ਜਾਣਦਿਆਂ ਹੋਇਆਂ ਵੀ ਉਹ ਕਰਮ ਕਰਦਾ ਹੈ, ਕਿਉਂਕਿ ਉਸ ਕਰਮ ਨਾਲ ਉਸ ਨੂੰ ਹਿੱਤ, ਜਿਹਨੂੰ ਆਪਾਂ ਕਹਿੰਦੇ ਹਾਂ ਸਵਾਰਥ, ਜੁੜ ਗਿਆ, ਸਵਾਦ ਪੈ ਗਿਆ, ਚਸਕਾ ਪੈ ਗਿਆ, ਸਾਂਝ ਬਣ ਗਈ, ਆਦਤ ਬਣ ਗਈ। ਉਹ ਕੰਮ ਚੰਗਾ ਲੱਗਣ ਲੱਗ ਪਿਆ, ਹੈ ਭਾਵੇਂ ਮਾੜਾ, ਹੈ ਭਾਵੇਂ ਬੁਰਾ। ਇਸ ਦੀ ਤਸ਼ਬੀਹ ਦਿੰਦਿਆਂ, ਤੁਲਨਾ ਕਰਦਿਆਂ ਹੋਇਆਂ ਇੱਕ ਉਦਾਹਰਣ ਦਿੱਤੀ ਭਗਤ ਕਬੀਰ ਜੀ ਨੇ। ਕਹਿੰਦੇ ਨੇ, ਇਵੇਂ ਦੀ ਖੇਡ ਹੈ ਵੀ ਜਿਵੇਂ ਕਿਸੇ ਦੀ ਹਥੇਲੀ ਤੇ ਤਲੀ ਉੱਤੇ ਦੀਵਾ ਹੋਵੇ ਜਗਦਾ ਹੋਇਆ, ਤੇ ਇਹਦੇ ਬਾਵਜੂਦ ਵੀ ਉਹ ਖੂਹ ਵਿੱਚ ਡਿੱਗ ਪਏ, ਤਾਂ ਕਸੂਰ ਉਸ ਦੀਵੇ ਦਾ ਨਹੀਂ ਹੋਏਗਾ ਜਾਂ ਚਾਨਣ ਦਾ ਨਹੀਂ ਹੋਏਗਾ, ਕਸੂਰ ਉਸ ਦੀਵੇ ਦੇ ਚਾਨਣ ਤੋਂ ਲਾਭ ਨਾ ਲੈਣ ਵਾਲੇ ਮਨੁੱਖ ਦਾ ਹੋਏਗਾ, ਜਿਹਦੀ ਤਲੀ ਉੱਤੇ ਦੀਵਾ ਹੈ। ਹੁਣ ਉਹ ਇਹ ਕਹੇ ਵੀ ਚਾਨਣ ਨੇ ਮੈਨੂੰ ਨਹੀਂ ਬਚਾਇਆ, ਨਹੀਂ, ਚਾਨਣ ਬਾਂਹ ਫੜ ਕੇ ਨਹੀਂ ਬਚਾਏਗਾ। ਚਾਨਣ ਕੇਵਲ ਪਛਾਣ ਦੇਵੇਗਾ ਵੀ ਅੱਗੇ ਖੂਹ ਹੈ, ਅੱਗੇ ਖਾਤਾ ਹੈ। ਉਹਨੇ ਕੇਵਲ ਵਿਖਾਉਣਾ ਹੈ ਜੋ ਸਾਹਮਣੇ ਹੈ, ਉਹਨੇ ਬਚਾਉਣਾ ਨਹੀਂ।
ਬਚਣਾ ਉਹਦਾ ਲਾਭ ਲੈਣ ਵਾਲੇ ਨੇ। ਗਿਆਨ ਮਨੁੱਖ ਦੀ ਬਾਂਹ ਨਹੀਂ ਫੜੇਗਾ ਕਿ ਉਹਨੂੰ ਰੋਕ ਲਵੇ। ਗਿਆਨ ਮਨੁੱਖ ਦੀ ਸੁਰਤ ਨੂੰ ਪ੍ਰਪੱਕ ਕਰੇਗਾ ਕਿ ਇਹ ਗਲਤ ਹੈ, ਇਸ ਪਾਸੇ ਨਾ ਜਾਏ। ਉਹਨੂੰ ਚਾਨਣ ਲਏਗਾ, ਉਹਨੂੰ ਸਹੀ ਤੇ ਗਲਤ ਦਾ ਫਰਕ ਸਮਝਾਏਗਾ। ਇਹਨੂੰ ਅਸੀਂ ਵਿਵੇਕ ਕਹਿੰਦੇ ਹਾਂ। ਉਹ ਮਨੁੱਖ ਦੀ ਚੋਇਸ ਹੈ ਵੀ ਉਸਨੇ ਦੋਵਾਂ ਚੀਜ਼ਾਂ ਵਿੱਚੋਂ ਕੀ ਗ੍ਰਹਿਣ ਕਰਨਾ। ਇਸ ਵਾਸਤੇ ਸਤਿਗੁਰੂ ਮਹਾਰਾਜ ਨੇ ਫਰਮਾਇਆ, ਕਾਹੇ ਕੀ ਕੁਸਲਾਤ। ਐਸੇ ਮਨੁੱਖ ਨੂੰ ਸਲਾਹ, ਅਜਿਹੇ ਮਨ ਦੀ ਐਸੀ ਦਸ਼ਾ ਵਿੱਚ ਜਾ ਕੇ, ਮਨ ਦੀ ਅਜਿਹੀ ਬਿਰਤੀ ਵਿੱਚ ਕੀ ਸਲਾਹ ਦਿੱਤੀ ਜਾ ਸਕਦੀ? ਇਹਨੂੰ ਸਲਾਹ ਦੀ ਘਾਟ ਥੋੜ੍ਹਾ। ਸਲਾਹ ਤਾਂ ਉਹਨੂੰ ਦਿਓ ਵੀ ਜਿਸ ਨੂੰ ਪਤਾ ਨਹੀਂ, ਵੀ ਉਹਨੂੰ ਸਲਾਹ ਦਿਓ ਵੀ ਆਹ ਸਹੀ ਹੈ, ਆਹ ਗਲਤ ਹੈ, ਫਿਰ ਉਹ ਉਸ ਹਿਸਾਬ ਨਾਲ ਸਹੀ ਨਿਰਣਾ ਕਰ ਲੈ। ਪਰ ਜਿਹਨੂੰ ਪਹਿਲਾਂ ਹੀ ਪਤਾ ਹੈ ਵੀ ਆਹ ਗਲਤ ਹੈ ਤੇ ਆਹ ਸਹੀ ਹੈ, ਉਹਨੂੰ ਤੁਸੀਂ ਜੇ ਸਲਾਹ ਦਿਓਗੇ ਵੀ ਤੇ ਤੁਹਾਡੀ ਸਲਾਹ ਮਾਇਨੇ ਕੀ ਰੱਖਦੀ? ਹੁਣ ਤਾਂ ਨਿਰਣਾ ਕਰ ਲੈ। ਉਹਨੂੰ ਪਤਾ ਵੀ ਆਹ ਗਲਤ ਹੈ, ਪਰ ਉਹਨੇ ਨਿਰਣਾ ਕਰ ਲਿਆ ਵੀ ਮੈਂ ਗਲਤ ਹੀ ਕਰਨਾ ਹੈ। ਹੁਣ ਸਲਾਹ ਦਾ ਕੀ ਅਰਥ ਹੈ? ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਤਲੀ ਤੇ ਹਥੇਲੀ ਤੇ ਦੀਵਾ ਰੱਖ ਕੇ ਉਹ ਖੂਹ 'ਚ ਡਿੱਗਦਾ, ਕੂਏ ਵਿੱਚ। ਉਸ ਨੂੰ ਬਾਣੀ ਨੇ ਲਿਖਿਆ ਹੈ ਗਾਫਲ ਹੋਣਾ। ਗਾਫਲ ਦਾ ਅਰਥ ਹੈ ਆਲਸ ਕਰਨਾ, ਵੀ ਪਤਾ ਹੈ ਪਰ ਆਲਸ ਹੈ ਉਸ ਰਾਹ ਤੇ ਤੁਰਨ ਦਾ, ਵੀ ਕਿਵੇਂ ਤੁਰਾਂਗੇ, ਕੀ ਹੋਏਗਾ, ਕਰਨਾ ਪਵੇਗਾ। ਉਹ ਜਿਹੜਾ ਆਲਸ ਹੈ ਉਹ ਕਈ ਵਾਰ ਮਨੁੱਖ ਦੇ ਲਈ ਬੜੀ ਵੱਡੀ ਜੰਜੀਰ ਬਣ ਜਾਂਦਾ। ਵੀ ਪਤਾ ਵੀ ਆਹ ਸਹੀ ਕੰਮ ਹੈ ਤੇ ਕਰ ਲੈਣਾ ਚਾਹੀਦਾ, ਪਰ ਆਲਸ ਹੈ, ਕੀ ਕਰਾਂਗੇ, ਛੱਡੋ ਪਰ, ਆਪੇ ਕੋਈ ਹੋਰ ਕਰ ਲਏਗਾ। ਆਲਸੀ ਬਿਰਤੀ ਬੜੇ ਆਰਗੂਮੈਂਟ ਪੈਦਾ ਕਰ ਦਿੰਦੀ, ਬੜੇ ਲੌਜਿਕ ਪੈਦਾ ਕਰ ਦਿੰਦੀ ਹੈ ਤੁਹਾਡੇ ਅੰਦਰ। ਉਹ ਕਹਿੰਦੀ ਹੈ ਮੈਨੂੰ ਕੀ ਲੋੜ ਹੈ, ਹੋਰ ਵੀ ਤੇ ਹੈਗੇ ਹੀ ਨੇ। ਆਲਸ ਦੇ ਵਿੱਚੋਂ ਬਾਰ-ਬਾਰ ਇਹੋ ਜਿਹੇ ਲੌਜਿਕ ਨਿਕਲਦੇ ਰਹਿੰਦੇ ਨੇ ਵੀ ਮੈਂ ਇਕੱਲਾ ਥੋੜ੍ਹੀ ਹਾਂ ਇੱਥੇ, ਬਾਕੀ ਵੀ ਤੇ ਨੇ, ਮੈਂ ਕਿਉਂ ਕਰਾਂ। ਇਹ ਨਿਸ਼ਾਨੀ ਹੈ ਵੀ ਆਲਸ ਹੈ। ਜਾਂ ਉਹ ਕਹਿੰਦਾ ਹੈ ਆਲਸ ਦੇ ਵਿੱਚੋਂ, ਜਾਂ ਇਹ ਖਿਆਲ ਪਨਪਦਾ ਹੈ, ਇਹ ਫੁਰਨਾ ਆਉਂਦਾ ਹੈ ਵੀ ਮੈਂ ਕਰਾਂਗਾ, ਖਪਾਂਗਾ, ਪਤਾ ਨਹੀਂ ਕੀ ਹੋਏਗਾ, ਕੋਈ ਚੰਗਾ ਰਿਜ਼ਲਟ ਆਵੇਗਾ ਵੀ ਕਿ ਨਹੀਂ ਆਵੇਗਾ, ਲੋਕ ਪਤਾ ਨਹੀਂ ਕੀ ਕਹਿਣਗੇ। ਬੜੀਆਂ ਚੀਜ਼ਾਂ, ਜਦੋਂ ਆਲਸ ਨੂੰ ਬੰਦੇ ਨੇ ਪ੍ਰੋਟੈਕਟ ਕਰਨਾ ਹੋਵੇ, ਉਹਦੇ ਹੱਕ 'ਚ ਖਲੋਣਾ ਹੋਵੇ, ਉਵੇਂ ਦੀ ਗੱਲ ਹੈ ਜਿਵੇਂ ਇੱਕ ਵਕੀਲ ਚੋਰ ਦੇ ਹੱਕ ਵਿੱਚ ਦਲੀਲਾਂ ਦਿੰਦਾ, ਚੋਰ ਨੂੰ ਬਚਾਉਣ ਵਾਸਤੇ। ਮਨੁੱਖ ਆਪਣੇ ਆਲਸ ਨੂੰ ਬਚਾਉਣ ਵਾਸਤੇ ਉਹਦੇ ਹੱਕ ਵਿੱਚ ਬੜੇ ਤਰ੍ਹਾਂ ਦੇ ਅੰਦਰੋਂ ਆਰਗੂਮੈਂਟ, ਫੁਰਨੇ, ਲੌਜਿਕ ਪੈਦਾ ਕਰ ਲੈਂਦਾ। ਕੀ ਹੋਏਗਾ? ਖੜਾ ਉਹ ਆਲਸ ਦੇ ਹੱਕ ਵਿੱਚ ਹੈ, ਉਦਮ ਨਹੀਂ ਕਰਨਾ ਚਾਹੁੰਦਾ। ਬਸ ਇੱਕ ਰਾਈ ਮਾਤਰ ਦਾ ਫਰਕ ਹੈ। ਜੇ ਉਹ ਉਸ ਵੇਲੇ ਆਲਸ ਦਾ ਪੱਲਾ ਛੱਡ ਦੇਵੇ ਤੇ ਉਹ ਸਾਰੀਆਂ ਦਲੀਲਾਂ ਉਹਦੀਆਂ ਢਹਿ ਢੇਰੀ ਹੋ ਜਾਣਗੀਆਂ ਜਿਹੜੀਆਂ ਉਹ ਆਲਸ ਦੇ ਹੱਕ ਵਿੱਚ ਦੇ ਰਿਹਾ। ਇਸ ਵਾਸਤੇ ਮਹਾਰਾਜ ਨੇ ਉਸ ਬਿਰਤੀ ਨੂੰ ਗਾਫਲ ਹੋਣਾ ਕਿਹਾ। ਗਾਫਲ ਦਾ ਮਤਲਬ ਆਲਸੀ ਹੋ ਜਾਣਾ, ਉਦਮ ਦੀ ਬਿਰਤੀ ਅੰਦਰ ਨਾ ਹੋਣੀ, ਯਤਨਸ਼ੀਲ ਨਾ ਹੋਣਾ, ਕੋਸ਼ਿਸ਼ ਨਾ ਕਰਨੀ। ਉਸ ਨੂੰ, ਉਸ ਸੁਭਾਅ ਨੂੰ ਕਿਹਾ ਹਜ਼ੂਰ ਨੇ ਗਾਫਲਤਾ। ਤੋ ਬਾਣੀ ਵਿੱਚ ਇੱਕ ਵਾਕ ਆਉਂਦਾ ਹੈ, ਜਾਗ ਲੈ ਹੋ ਰੇ ਮਨਾ, ਜਾਗ ਲੈ ਹੋ ਕਹਾ ਗਾਫਲ ਸੋਇਆ। ਕਹਾ ਦਾ ਮਤਲਬ ਕੀ ਤੂੰ ਗਾਫਲ ਹੋ ਕੇ ਸੁੱਤਾ ਪਿਆ, ਆਲਸ ਦਾ ਧਾਰਨੀ ਹੈ। ਫਿਰ ਇੱਕ ਜਗ੍ਹਾ ਤੇ ਫਰਮਾਉਂਦੇ ਨੇ ਆਲਸ ਦੀ ਨਿਸ਼ਾਨੀ ਦੱਸਦੇ ਆ, ਮਨਮੁਖ ਕਉ ਆਲਸ ਘਣੋ ਫਾਥੇ ਉਜਾੜੀ। ਮਨ ਦੀ ਭੈੜੀ ਹਾਲਤ ਦਾ ਮੁਰੀਦ ਜਿਹੜਾ ਨਾ ਉਹ ਆਲਸੀ ਹੋ ਜਾਂਦਾ ਹੈ। ਉਹ ਕਹਿੰਦਾ ਜਿਹੜੀ ਹਾਲਤ ਹੈ ਠੀਕ ਹੈ, ਇਸ ਤਰ੍ਹਾਂ ਹੀ ਰਹਿ ਲੈਂਗੇ, ਕੋਈ ਗੱਲ ਨਹੀਂ, ਫਿਰ ਕੀ ਹੈ। ਤੋ ਪਾਤਸ਼ਾਹ ਜੀ ਐਸੀ ਬਿਰਤੀ ਨੂੰ ਗਾਫਲ ਹੋਣਾ ਕਹਿੰਦੇ। ਦੁਨੀਆ ਹੁਸ਼ਿਆਰ ਬੇਦਾਰ, ਜਾਗਤ ਮੁਸੀਅਤ ਹੌਰੇ ਭਾਈ। ਜਾਗਦਿਆਂ ਹੀ ਦੁਨੀਆ ਲੁੱਟੀ ਜਾ ਰਹੀ ਹੈ, ਪਤਾ ਹੁੰਦਿਆਂ ਹੋਇਆਂ। ਭਗਤ ਕਬੀਰ ਜੀ ਮਹਾਰਾਜ ਫਰਮਾਉਂਦੇ ਨੇ, ਅਬ ਦਾ ਅਰਥ ਹੈ ਹੁਣ, ਇਸ ਸਮੇਂ ਵਿੱਚ, ਭਾਵ ਇਸ ਵਕਤ ਨੂੰ ਸੰਭਾਲ, ਹੁਣ ਵਾਲੇ ਸਮੇਂ ਦੀ ਚਿੰਤਾ ਕਰ, ਧਿਆਨ ਰੱਖ, ਸੁਚੇਤ ਹੋ। ਅਬ ਮਨ ਹੀ ਮੇਰੇ ਮਨ, ਜਾਗਤ ਰਹੋ ਰੇ ਭਾਈ। ਹੀ ਮੇਰੇ ਪਿਆਰੇ ਮਨ, ਹੁਣ ਸਮਾਂ ਹੈ, ਸੁਚੇਤ ਹੋ, ਜਾਗ ਜਾ।
ਜਾਗਣ ਦਾ ਅਰਥ ਸੁਚੇਤ ਹੋਣ ਤੋਂ ਹੈ, ਸੌਣ ਦਾ ਅਰਥ ਅਚੇਤ ਹੋਣ ਤੋਂ ਹੈ। ਜਦੋਂ ਹਜ਼ੂਰ ਕਹਿੰਦੇ ਨਾ ਮਨ ਸੋਇਆ ਮਾਇਆ ਬਿਸਮਾਦ, ਇਹਦਾ ਮਤਲਬ ਹੈ ਮਨ ਚਸਕੇ 'ਚ ਪੈ ਕੇ ਅਚੇਤ ਹੋ ਜਾਂਦਾ ਹੈ ਵੀ ਇਹਦਾ ਗਲਤ ਰਿਜ਼ਲਟ ਵੀ ਨਿਕਲ ਸਕਦਾ ਹੈ, ਅਚੇਤ ਹੈ। ਉਹ ਦੂਜੇ ਪਹਿਲੂ ਨੂੰ ਵੇਖਦਾ ਹੀ ਨਹੀਂ, ਅਗਿਆਨਤਾ ਦੇ ਵਿੱਚ ਹੈ, ਲਾਪਰਵਾਹੀ ਦੇ ਵਿੱਚ ਹੈ। ਉਹਨੂੰ ਕਿਹਾ ਹਜ਼ੂਰ ਨੇ ਨੀਂਦ। ਤੇ ਜਾਗਣ ਦਾ ਅਰਥ ਹੈ ਸੁਚੇਤ ਹੋ ਜਾਣਾ, ਜਾਗ ਪੈਣਾ, ਚੇਤੰਨ ਹੋ ਜਾਣਾ, ਅਵੇਅਰ ਹੋ ਜਾਣਾ, ਸੋਝੀ ਰੱਖਣੀ। ਤੋ ਫਰਮਾਉਂਦੇ ਹਨ ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੈ ਜਨਮ ਗਵਾਇਓ। ਤੂੰ ਆਲਸੀ ਹੋ ਕੇ ਇਸ ਕੀਮਤੀ ਜਨਮ ਨੂੰ ਗਵਾ ਰਿਹਾ, ਇਸ ਕੀਮਤੀ ਜਨਮ ਨੂੰ ਅਜਾਈ ਹੀ ਲੰਘਾਈ ਤੁਰਿਆ ਜਾ ਰਿਹਾ। ਫਿਰ ਕੀ ਹੁੰਦਾ? ਚੋਰ ਮੁੱਸੈ ਘਰ ਜਾਈ। ਤੇਰੇ ਜੀਵਨ ਵਿੱਚ ਜਾ ਕੇ ਵੜ ਕੇ ਇੰਟਰਫੇਰੈਂਸ ਕਰਕੇ ਚੋਰ ਤੈਨੂੰ ਲੁੱਟੀ ਜਾ ਰਿਹਾ। ਚੋਰ ਕਿਹਨਾਂ ਨੂੰ ਕਿਹਾ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਮਹਾਰਾਜ ਨੇ ਇੱਕ ਜਗ੍ਹਾ ਤੇ ਲਿਖਿਆ ਇਸ ਦੇਹੀ ਅੰਦਰ ਪੰਜ ਚੋਰ ਵਸੈ। ਪੰਜ ਚੋਰ ਵਸਦੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ। ਚੋਰ ਦਾ ਕਰਮ ਹੈ ਕੀਮਤੀ ਚੀਜ਼ ਚੁਰਾਉਣੀ। ਉਹ ਕਚਰਾ ਥੋੜੀ ਇਕੱਠਾ ਕਰਕੇ ਲੈ ਜਾਂਦਾ ਬਾਹਰ, ਉਹ ਕੋਈ ਮੁੱਲਵਾਨ ਚੀਜ਼ ਚੁੱਕਦਾ ਜਿਹਦੀ ਕੋਈ ਕੀਮਤ ਪੈ ਜਾਏ ਕਿਤੇ, ਜਿਹਦਾ ਕੋਈ ਉਹਨੂੰ ਲਾਭ ਹੋਵੇ। ਇਸ ਕਰਕੇ ਆਪਾਂ ਕਦੇ ਸੁਣਿਆ ਵੀ ਕਿਸੇ ਦਾ ਕੋਈ ਗਾਰਬੇਜ ਚੋਰੀ ਹੋ ਗਿਆ, ਗੰਦਗੀ ਚੋਰੀ ਹੋ ਗਈ, ਪੁਰਾਣੀਆਂ ਚੀਜ਼ਾਂ ਬਾਹਰ ਜਿਹੜੀਆਂ ਅਸੀਂ ਸੁੱਟ ਦਿੱਤੀਆਂ ਨੇ ਚੋਰੀ ਕਰਕੇ ਲੈ ਗਏ। ਲੈ ਜਾਏ, ਆਪਾਂ ਤਾਂ ਚਾਹੁੰਦੇ ਹੁੰਦੇ ਵੀ ਕੋਈ ਚੁੱਕ ਕੇ ਲੈ ਜਾਏ, ਸਾਨੂੰ ਨਾ ਚੁੱਕਣੀਆਂ ਪੈਣ। ਦੁੱਖ ਕਦੋਂ ਹੁੰਦਾ ਹੈ? ਜਦੋਂ ਕੋਈ ਮੁੱਲਵਾਨ, ਕੋਈ ਕੀਮਤੀ ਚੀਜ਼ ਜਿਹੜੀ ਹੈ, ਜਿਹਦੀ ਕੋਈ ਕਦਰ ਹੈ, ਕੀਮਤ ਹੈ, ਉਹ ਚੀਜ਼ ਜਦੋਂ ਕੋਈ ਚੁੱਕ ਕੇ ਲੈ ਜਾਏ ਜਿਹੜੀ ਸਾਡੇ ਫਾਇਦੇ ਦੀ ਹੋਵੇ, ਸਾਨੂੰ ਉਦੋਂ ਤਕਲੀਫ ਪਹੁੰਚਦੀ ਹੈ। ਕੰਮ ਦੀ ਚੀਜ਼ ਸੀ, ਬਹੁਤ ਕੀਮਤੀ ਸੀ, ਬੜੀ ਮੁੱਲਵਾਨ ਤੇ ਅਮੋਲਕ ਸੀ, ਬੜਾ ਲਾਭ ਦੇਣ ਵਾਲੀ ਵਸਤੂ ਸੀ, ਕੋਈ ਲੈ ਗਿਆ। ਉਹਨੇ ਖੜੀ ਤਾਂ ਕਿਉਂਕਿ ਲਾਭਦਾਇਕ ਸੀ, ਫਾਇਦੇਮੰਦ ਸੀ, ਮੁੱਲਵਾਨ ਸੀ। ਸਾਡੇ ਜੀਵਨ ਵਿੱਚ ਮੁੱਲਵਾਨ ਚੀਜ਼ ਐਸੀ ਕਿਹੜੀ ਹੈ ਜਿਹੜੀ ਇਹ ਪੰਜ ਚੋਰ ਲੁੱਟ ਲੈਂਦੇ ਨੇ? ਹਜ਼ੂਰ ਨੇ ਉਹਨੂੰ ਅੰਮ੍ਰਿਤ ਕਿਹਾ। ਅੰਮ੍ਰਿਤ ਲੁੱਟੈ। ਕਮਾਲ ਹੈ। ਉਹ ਕਿਹੜਾ ਅੰਮ੍ਰਿਤ ਹੈ ਜਿਹੜਾ ਕਾਮ ਲੁੱਟ ਲੈਂਦਾ ਹੈ, ਕ੍ਰੋਧ ਲੁੱਟ ਲੈਂਦਾ ਹੈ, ਲੋਭ ਲੁੱਟ ਲੈਂਦਾ ਹੈ, ਮੋਹ, ਹੰਕਾਰ ਇਤਿਆਦਿ ਲੁੱਟ ਲੈਂਦੇ ਨੇ। ਹੰਕਾਰ ਦਾ ਆਪੋਜਿਟ, ਵਿਰੋਧੀ ਸੁਭਾਅ ਹੈ ਨਿਮਰਤਾ। ਹੰਕਾਰ ਜਿੱਥੇ ਹੋਏਗਾ ਉੱਥੇ ਨਿਮਰਤਾ ਨਹੀਂ ਹੋਏਗੀ। ਲੋਭ ਜਿੱਥੇ ਹੋਏਗਾ ਉੱਥੇ ਸਬਰ ਨਹੀਂ ਹੋਏਗਾ। ਤੋ ਲੋਭ ਨੇ ਕੀ ਲੁੱਟਣਾ ਹੈ? ਤੁਹਾਡਾ ਸਬਰ। ਜਿੱਥੇ ਸਬਰ ਨਾ ਹੋਇਆ ਉੱਥੇ ਸ਼ੁਕਰ ਕਦੇ ਨਹੀਂ ਹੋਣਾ। ਇਹ ਚੀਜ਼ਾਂ ਜਿੱਥੇ ਭਾਰੂ ਹੋਣਗੀਆਂ, ਕਾਮ ਹੋਏਗਾ, ਉੱਥੇ ਕਿਰਦਾਰ ਨਹੀਂ ਹੋਏਗਾ। ਕ੍ਰੋਧ ਹੋਏਗਾ, ਧੀਰਜ ਨਹੀਂ ਹੋਏਗਾ। ਲੋਭ ਹੋਏਗਾ, ਸੰਤੋਖ ਨਹੀਂ ਹੋਏਗਾ। ਮੋਹ ਹੋਏਗਾ, ਪ੍ਰੇਮ ਨਹੀਂ ਹੋਏਗਾ। ਹੰਕਾਰ ਹੋਏਗਾ, ਨਿਮਰਤਾ ਨਹੀਂ ਹੋਏਗੀ। ਜਿਹੜੇ ਇਹਨਾਂ ਦੇ ਵਿਰੋਧੀ ਨੇ ਉਹ ਸਾਰੇ ਅੰਦਰੋਂ ਖਤਮ ਹੋ ਜਾਣ। ਇਹਨਾਂ ਨੂੰ ਹਜ਼ੂਰ ਨੇ ਅੰਮ੍ਰਿਤ ਕਿਹਾ। ਜੀਵਨ ਨੂੰ, ਆਤਮਾ ਨੂੰ ਅਮਰ ਕਰ ਦੇਣ ਵਾਲੀਆਂ ਚੀਜ਼ਾਂ, ਅੰਦਰ ਦਾ ਜੀਵਨ ਬਖਸ਼ਣ ਵਾਲੀਆਂ ਚੀਜ਼ਾਂ, ਇਹ ਚੀਜ਼ਾਂ ਲੁੱਟੀ ਦੀਆਂ ਜਾਂਦੀਆਂ। ਪਰ ਸਾਨੂੰ ਕੀ ਪ੍ਰਵਾਹ? ਅਸੀਂ ਤਾਂ ਚਾਹੁੰਦੇ ਹਾਂ ਵੀ ਨਿਮਰਤਾ ਕਰਨੀ ਵੀ ਕੀ ਹੈ, ਸਬਰ ਕਰਨਾ ਵੀ ਕੀ ਹੈ। ਤੋ ਲੁੱਟਦੇ ਰਹੀਏ, ਚੋਰੀ ਕਰਦੇ ਰਹੀਏ, ਪਰਾਇਆ ਹੱਕ ਖਾਂਦੇ ਰਹੀਏ, ਜਾਂ ਸਾਡੇ ਕੋਲ ਜ਼ਿਆਦਾ ਆ ਜਾਏ, ਭਾਵੇਂ ਕਿਸੇ ਵੀ ਗਲਤ ਤਰੀਕੇ ਨਾਲ ਆਏ, ਸਾਡੇ ਕੋਲ ਆਉਂਦਾ ਰਹੇ। ਧੋਖੇ, ਜ਼ਾਲ ਸਾਜ਼ੀਆਂ, ਫਰਾਡ ਕਰ ਕਰਕੇ ਵਾਧੂ ਹੋਣਾ ਚਾਹੀਦਾ। ਮਹਾਰਾਜ ਕਹਿੰਦੇ ਨੇ ਤੂੰ ਇਹ ਤਾਂ ਵੇਖਦਾ ਵਾਧੂ ਹੋਵੇ, ਪਰ ਜਦੋਂ ਵਾਧੂ ਹੋ ਜਾਂਦਾ ਉਦੋਂ ਵੀ ਤੈਨੂੰ ਚੈਨ ਤੇ ਸਕੂਨ ਕਿਉਂ ਨਹੀਂ ਆਉਂਦਾ? ਤੂੰ ਇਹ ਕਦੇ ਨਹੀਂ ਸੋਚਦਾ।
ਤੇਰੇ ਕੋਲ ਸੋਚਣ ਦਾ ਵਕਤ ਹੀ ਨਹੀਂ ਹੁੰਦਾ, ਕਿਉਂਕਿ ਤੂੰ ਆਪਣੇ ਆਪ ਨੂੰ ਇਹੋ ਜਿਹੇ ਜੰਜਾਲ 'ਚ ਹੀ ਇੰਨਾ ਬਿਜ਼ੀ ਕਰ ਲੈਣਾ ਵੀ ਤੇਰੇ ਕੋਲ ਆਪਣੇ ਜੀਵਨ ਬਾਰੇ ਤੇ ਸੋਚਣ ਨਹੀਂ, ਤੂੰ ਮਸ਼ੀਨ ਬਣ ਜਾਂਦਾ। ਤੇ ਜਦੋਂ ਮਸ਼ੀਨ ਖਰਾਬ ਹੁੰਦੀ ਹੈ, ਅਗਲੇ ਡੱਬੇ 'ਚ ਪਾ ਦਿੰਦੇ ਨੇ ਕਿ ਉਹਨੇ ਕੰਮ ਦੀ ਨਹੀਂ ਰਹੀ। ਸੋਚਣ ਦਾ ਸਮਾਂ ਹੀ ਕਿੱਥੇ, ਵਕਤ ਹੀ ਕਿੱਥੇ। ਤਾਂ ਉਹ ਜਦੋਂ ਸਮਾਂ ਨਹੀਂ, ਵਕਤ ਨਹੀਂ, ਤਾਂ ਦੌਲਤ, ਪਦਾਰਥ, ਸ਼ੌਹਰਤ ਦੀ ਦੌੜ ਦੇ ਵਿੱਚ ਤੂੰ ਇਹ ਭੁੱਲ ਜਾਂਦਾ ਵੀ ਇਹ ਚੀਜ਼ਾਂ ਮੈਨੂੰ ਕੁਝ ਦੇ ਵੀ ਰਹੀਆਂ ਨੇ ਬਦਲੇ 'ਚ ਕਿ ਨਹੀਂ ਦੇ ਰਹੀਆਂ। ਕਿ ਠੀਕ ਹੈ ਚਾਹੀਦੀਆਂ ਨੇ, ਇਹਦੀ ਕੋਈ ਇਹ ਨਹੀਂ ਹੈ ਵੀ ਚਾਹੀਦੀਆਂ ਨਹੀਂ, ਪਰ ਬਦਲੇ ਵਿੱਚ ਇਹਨਾਂ ਵਿੱਚੋਂ ਮੈਨੂੰ ਕੀ ਲੱਭ ਰਿਹਾ ਕਿ ਮੈਂ ਬਸ ਦੌੜ ਹੀ ਰਿਹਾ, ਭੱਜ ਹੀ ਰਿਹਾ। ਉਹਨੂੰ ਹਜ਼ੂਰ ਨੇ ਸਬਰ ਕਿਹਾ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਰਜੇਵਾਂ ਤ੍ਰਿਪਤੀ। ਅੱਗੇ ਲਈ ਯਤਨਸ਼ੀਲ ਹੋਵੋ, ਪਰ ਜੋ ਹੈ ਉਸ ਨੂੰ ਮਾਨਣ ਦਾ, ਜੀਣ ਦਾ, ਉਹਦੇ 'ਚ ਖੁਸ਼ ਰਹਿਣ ਦਾ ਯਤਨ ਕਰੋ ਵੀ ਬਹੁਤ ਹੈ, ਪਹਿਲੋਂ ਨਾਲੋਂ ਵਧੀਆ ਹੈ। ਤੋ ਮਹਾਰਾਜ ਇਹਨੂੰ ਅੰਮ੍ਰਿਤ ਕਹਿੰਦੇ ਨੇ, ਜਿਹੜਾ ਸਾਨੂੰ ਅੰਦਰੋਂ ਜੀਵਨ ਦਾ ਹੈ। ਪਰ ਮਹਾਰਾਜ ਕਹਿੰਦੇ ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ। ਮਨਮੁਖ ਨਹੀਂ ਸਮਝਦਾ ਇਸ ਗੱਲ ਨੂੰ, ਉਹਦਾ ਧਿਆਨ ਹੀ ਬਾਹਰ ਵੱਲ ਹੈ, ਹਰ ਚੀਜ਼ ਵੱਲ ਹੈ, ਉਹਦਾ ਧਿਆਨ ਆਪਣੇ ਆਪ ਵੱਲ ਹੈ ਨਹੀਂ। ਮਨਮੁਖ ਨਹੀਂ ਬੂਝੈ ਕੋਈ ਨਾ ਸੁਣੈ ਪੁਕਾਰਾ। ਫਿਰ ਇਹਦੇ ਅੰਦਰ ਦੀ ਵੇਦਨਾ, ਦੁੱਖ ਨੂੰ ਸੁਣਦਾ ਵੀ ਕੋਈ। ਜਿਹਨੂੰ ਤੁਸੀਂ ਕਹੋਗੇ ਨਾ ਮੈਂ ਬਹੁਤ ਦੁਖੀ, ਅਗਲਾ ਕਹੇਗਾ ਇੰਨਾ ਕੁਝ ਤੇਰੇ ਕੋਲ ਹੈ, ਤੂੰ ਅਜੇ ਵੀ ਦੁਖੀ ਹੈ। ਅਗਲਾ ਬਿਲੀਵ ਹੀ ਨਹੀਂ ਕਰਦਾ ਵੀ ਇਹ ਵੀ ਬੰਦਾ ਦੁਖੀ ਹੋ ਸਕਦਾ। ਤੁਸੀਂ ਕਹਿ ਕੇ ਵੇਖੋ ਕਿਸੇ ਨੂੰ, ਤੂੰ ਇੰਨੀ ਮਹਿੰਗੀ ਕਾਰ ਤੇ ਆਉਣਾ ਹੈ, ਇੰਨਾ ਵੱਡਾ ਤੇਰਾ ਘਰ ਹੈ, ਇੰਨੀ ਤੇਰੇ ਕੋਲ ਦੌਲਤ ਪ੍ਰਾਪਰਟੀ ਹੈ, ਪਰਿਵਾਰ ਤੇਰਾ ਵੈਲ ਐਸਟੈਬਲਿਸ਼ ਹੈ, ਤੂੰ ਕਾਹਤੋਂ ਦੁਖੀ ਹੈ? ਲੋਕ ਕਹਿਣਗੇ ਤੇਰਾ ਦਿਮਾਗ ਠੀਕ ਹੈ, ਤੂੰ ਕਾਹਤੋਂ ਦੁਖੀ ਹੈ? ਪਰ ਜਿਹੜੇ ਦੁੱਖ ਅਸੀਂ ਆਪਣੇ ਅੰਦਰ ਲਕੋਈ ਬੈਠੇ ਹਾਂ, ਕੋਈ ਸੁਣਨਾ ਹੀ ਨਹੀਂ ਚਾਹੇਗਾ, ਯਕੀਨ ਹੀ ਨਹੀਂ ਕਰੇਗਾ ਕੋਈ, ਕਿਉਂਕਿ ਹਰ ਬੰਦੇ ਨੂੰ ਇਹੀ ਭੁਲੇਖਾ ਹੈ ਜਿਹਦੇ ਕੋਲ ਇੰਨਾ ਕੁਝ ਹੁੰਦਾ ਉਹ ਤਾਂ ਸੁਖੀ ਹੁੰਦਾ ਹੈ। ਜਿਹੋ ਜੀ ਪੱਟੀ ਸਾਡੀਆਂ ਅੱਖਾਂ ਤੇ ਰਹੀ, ਉਹੋ ਜੀ ਦੂਜਿਆਂ ਦੇ ਵੀ ਵੱਜੀ ਹੈ। ਤੋਨਾ ਅੰਨੇ ਨੂੰ ਪੁੱਛ ਰਿਹਾ ਰਾਹ, ਤੇ ਅੰਨਾ ਦੱਸ ਰਿਹਾ। ਗਰੀਬ ਨਵਾਜ ਮਹਾਰਾਜ ਇਸ ਨੂੰ ਆਖਦੇ ਨੇ ਵੀ ਕੋਈ ਨਾ ਸੁਣੇ ਤੇਰੀ ਪੁਕਾਰ, ਤੇਰਾ ਦੁੱਖੜਾ ਸੁਣੇ ਕੌਣ, ਵੀ ਤੇਰੇ ਅੰਦਰ ਮੁਸ਼ਕਿਲ ਕੀ ਹੈ, ਤੂੰ ਕਿਹੜੀ ਵਿਪਦਾ ਵਿੱਚ ਅੰਦਰੋਂ ਘਿਰਿਆ ਪਿਆ। ਸਿਵਾਏ ਗੁਰੂ ਤੋਂ ਇਹ ਗੱਲ ਕੋਈ ਨਹੀਂ ਜਾਣਦਾ। ਅੰਧਾ ਜਗਤ ਅੰਧ ਵਰਤਾਰਾ ਸ਼ਬਦ ਮਹਾਰਾਜ ਨੇ ਅੱਗੇ ਵਰਤਿਆ ਵੀ ਅਗਿਆਨੀ ਸੰਸਾਰ ਅਗਿਆਨਤਾ ਦਾ ਹੀ ਪਸਾਰਾ ਪਸਾਰ ਕੇ ਉਹਦੇ ਵਿੱਚ ਹੀ ਫਸਿਆ। ਬਾਝ ਗੁਰੂ ਗੁਬਾਰਾ, ਗੁਰੂ ਤੋਂ ਬਿਨਾ ਘੋਰ ਗੁਬਾਰ ਹੈ, ਕੁਝ ਨਜ਼ਰ ਨਹੀਂ ਆਉਂਦਾ। ਗੁਰੂ ਹੀ ਹੈ ਜਿਹੜਾ ਸਾਡੇ ਅੰਦਰ ਦੇ ਦੁੱਖ ਨੂੰ, ਵੇਦਨਾ ਨੂੰ ਸਮਝਦਾ ਤੇ ਉਹਦਾ ਹੱਲ ਵੀ ਦੱਸਦਾ। ਇਸ ਵਾਸਤੇ ਹਜ਼ੂਰ ਫਰਮਾਉਂਦੇ ਨੇ, ਖਾਟ ਨੇਮ ਕਰ ਕੋਠੜੀ ਬਾਂਧੀ। ਅਹਾਤਾ ਦੀਵਾਰ ਨੂੰ ਨੇਮ ਕਹਿੰਦੇ ਨੇ। ਸੰਸਕ੍ਰਿਤ ਵਾਲੇ ਇਸ ਨੂੰ ਨੇਮ ਚੱਕਰ ਕਰਕੇ ਵੀ ਅਰਥ ਕਰਦੇ ਨੇ, ਪਰ ਕੰਧਾਂ ਕਹਿ ਲਓ ਵੀ ਅਹਾਤਾ ਬਣਾਇਆ ਹੋਵੇ ਤੇ ਕੰਧਾਂ ਕੱਢੀਆਂ ਹੋਣ। ਖੱਟ, ਪੰਜ ਤੱਤ ਨੇ, ਹਵਾ, ਪਾਣੀ, ਅੱਗ, ਧਰਤੀ, ਆਕਾਸ਼। ਆਕਾਸ਼ ਸਪੇਸ ਨੂੰ ਕਹਿੰਦੇ ਨੇ। ਪੰਜ ਤੱਤ ਤਾਂ ਹੋਵੇ ਜਿਹੜੇ ਸਰੀਰ, ਜਿਨ੍ਹਾਂ ਤੋਂ ਸਰੀਰ ਦੀ ਘਾੜਤ ਘੜੀ ਜਾਂਦੀ ਹੈ। ਇੱਕ ਤੱਤ ਛੇਵਾਂ ਕਬੀਰ ਜੀ ਨੇ ਇੱਥੇ ਗਿਣਿਆ ਹੈ, ਮਨ, ਜਿਸ ਨੂੰ ਪੁਰਾਣੇ ਵਿਦਵਾਨਾਂ ਨੇ ਜੰਮਣ, ਮਰਨ ਔਰ ਭਟਕਣਾ ਦਾ ਮੂਲ ਤੇ ਕਾਰਨ ਮੰਨਿਆ, ਜਿਸ ਦੇ ਬੇਸ ਉੱਤੇ ਪੰਜਾਂ ਤੱਤਾਂ ਦਾ ਸਰੀਰ ਦੌੜਦਾ, ਕਾਰਜ ਕਰਦਾ, ਯਤਨ ਕਰਦਾ। ਉਹਨੂੰ ਛੇਵਾਂ ਤੱਤ ਵੀ ਤਸਲੀਮ ਕੀਤਾ, ਉਹਨੂੰ ਉਹਦੀ ਕਾਊਂਟਿੰਗ ਕੀਤੀ ਹੈ ਛੇਵੇਂ ਤੱਤ ਵਿੱਚ। ਤੋ ਸੌਖੇ ਅਰਥਾਂ 'ਚ ਸਮਝੀਏ, ਪੰਜ ਤੱਤ ਅਤੇ ਛੇਵਾਂ ਮਨ, ਇਹਨਾਂ 6 ਕੰਧਾਂ ਦੇ ਵਿੱਚ ਖੱਟ ਨੇਮ ਕਰ 6 ਕੰਧਾਂ ਉਸਾਰ ਕੇ ਕੋਠੜੀ ਬਾਂਧੀ। ਕੋਠੜੀ ਖੂਬਸੂਰਤ ਸੋਹਣੀ ਜਿਹੀ ਨਿੱਕੀ ਜਿਹੀ ਇਹ ਦੇਹੀ ਰੂਪੀ ਕੋਠੜੀ ਬਣਾਈ, ਬੰਨ੍ਹ ਦਿੱਤੀ, ਤਿਆਰ ਕਰ ਦਿੱਤੀ। ਯਾਨੀ ਕਿ ਸਾਡਾ ਜੀਵਨ ਪੰਜਾਂ ਤੱਤਾਂ ਅਤੇ ਮਨ ਦੇ ਸੰਯੋਗ ਤੋਂ ਬਣਿਆ ਹੋਇਆ ਹੈ। ਇਉਂ ਸਮਝੋ, ਪੰਜ ਤੱਤ, ਛੇਵਾਂ ਮਨ, ਛਿਆਂ ਚੀਜ਼ਾਂ ਦੇ ਕੰਬੀਨੇਸ਼ਨ ਤੋਂ, 6 ਚੀਜ਼ਾਂ ਦੇ ਜੋੜ ਤੇ ਸੁਮੇਲ ਤੋਂ ਸਾਡੀ ਇਹ ਦੇਹੀ ਤੇ ਸਾਡਾ ਇਹ ਜੀਵਨ ਵਾਹਿਗੁਰੂ ਨੇ ਬੰਨ੍ਹ ਦਿੱਤਾ, ਬਣਾ ਦਿੱਤਾ। ਫਿਰ ਕਹਿੰਦੇ ਨੇ
ਬਸ ਤੇ ਅਨੂਪ ਬੀਚ ਪਾਈ। ਵਸਤ ਦਾ ਮਤਲਬ ਵਸਤੂ, ਕੋਈ ਚੀਜ਼। ਬੀਚ ਪਾਈ ਇਹਦੇ ਵਿੱਚ ਪਾ ਦਿੱਤੀ ਹੈ, ਦੇਹੀ ਵਿੱਚ, ਜੀਵਨ ਵਿੱਚ। ਅਨੂਪ ਸ਼ਬਦ ਦਾ ਮਤਲਬ ਅਨੁਪਮ, ਜਿਹਦੀ ਕਿਸੇ ਨਾਲ ਤੁਲਨਾ, ਜਿਹਨੂੰ ਕਿਸੇ ਨਾਲ ਕੰਪੇਅਰ ਨਾ ਕੀਤਾ ਜਾਏ, ਉਹ ਆਪਣੇ ਵਰਗੀ ਆਪ ਹੀ ਹੋਵੇ ਉਹ ਚੀਜ਼, ਉਹਨੂੰ ਆਪਾਂ ਅਨੂਪ ਕਹਿੰਦੇ ਹਾਂ। ਅਨੁਪਮ, ਜਿਹਦੀ ਉਪਮਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਕਹਿੰਦੇ ਇਹਦੇ ਵਿੱਚ ਫਿਰ ਜੀਵ ਆਤਮਾ, ਚੇਤਨਾ, ਉਹ ਅਨੂਪ ਵਸਤੂ ਪਾ ਦਿੱਤੀ ਜਿਹਨੂੰ ਕਿਸੇ ਨਾਲ ਕੰਪੇਅਰ ਹੀ ਨਹੀਂ ਕੀਤਾ ਜਾ ਸਕਦਾ। ਉਹ ਸਭ ਤੱਤਾਂ ਤੋਂ ਪਰੇ ਹੈ। ਐਸੀ ਅਮੋਲਕ ਚੀਜ਼ ਇਸ ਦੇਹੀ ਅੰਦਰ ਪਾਈ ਜਿਹੜੀ ਜੀਵਨ ਨੂੰ ਚਲਾ ਰਹੀ। ਉਹ ਕੀ ਹੈ? ਚੇਤਨਾ, ਸਪਿਰਿਟ, ਜੋਤ, ਆਤਮਾ। ਫਿਰ ਅੱਗੇ ਫਰਮਾਉਂਦੇ ਨੇ, ਕੁੰਜੀ ਕੁਲਫ ਪ੍ਰਾਨ ਕਰ ਰਾਖੇ। ਜਿਹੜੇ ਪ੍ਰਾਣ ਨੇ, ਸਾਹ ਨੇ, ਉਹੀ ਇਹਦਾ ਜਿੰਦਰਾ ਨੇ ਸਰੀਰ ਦਾ, ਤੇ ਉਹੀ ਇਹਦੀ ਕੁੰਜੀ ਨੇ। ਜਿਵੇਂ ਆਪਾਂ ਘਰ ਬਣਾਉਂਦੇ ਹਾਂ ਤੇ ਘਰ ਨੂੰ ਲੋਕ ਵੀ ਤੇ ਲਾਉਂਦੇ ਹਾਂ ਨਾ, ਤੇ ਲੋਕ ਲਾਉਂਦੇ ਹਾਂ ਤੇ ਉਸ ਦਾ ਅਸੀਂ ਕੋਡ ਵੀ ਰੱਖਦੇ ਹਾਂ, ਚਾਬੀ ਵੀ ਰੱਖਦੇ ਹਾਂ ਕਿ ਲੋਕ ਲੱਗਣਾ ਵੀ ਚਾਬੀ ਨਾਲ ਹੈ ਤੇ ਖੁੱਲ੍ਹਣਾ ਵੀ ਚਾਬੀ ਨਾਲ ਹੈ। ਇਸੇ ਤਰ੍ਹਾਂ ਸਾਹ ਹੀ ਇਸ ਸਰੀਰ ਰੂਪੀ ਕੋਠੜੀ ਦਾ ਜਿੰਦਰਾ ਨੇ, ਲੋਕ ਨੇ, ਤੇ ਸਾਹ ਪ੍ਰਾਣ ਹੀ ਇਹਦੀ ਚਾਬੀ ਨੇ। ਮਤਲਬ ਇਹ ਸਰੀਰ ਚੱਲਦਾ ਵੀ ਸਾਹਾਂ ਨਾਲ ਹੈ ਤੇ ਮੁੱਕਦਾ ਵੀ ਸਾਹਾਂ ਦੇ ਖਤਮ ਹੋਣ ਨਾਲ ਹੈ। ਪ੍ਰਾਣ ਹੀ ਇਸ ਦਾ ਆਧਾਰ ਨੇ ਚੱਲਣ ਲਈ, ਤੇ ਪ੍ਰਾਣਾਂ ਤੋਂ ਬਿਨਾਂ ਹੀ ਇਸ ਨੂੰ ਲੋਕ ਲੱਗ ਜਾਂਦਾ ਹੈ। ਨਾ ਇਹ ਬੋਲੇਗਾ, ਨਾ ਵੇਖੇਗਾ, ਨਾ ਸੁਣੇਗਾ, ਕੁਝ ਨਹੀਂ, ਕੋਈ ਹਰਕਤ ਨਹੀਂ ਹੋਏਗੀ। ਇਸ ਵਾਸਤੇ ਫਰਮਾਉਂਦੇ ਨੇ, ਕੁੰਜੀ ਕੁਲਫ ਪ੍ਰਾਨ ਕਰ ਰਾਖੇ, ਕਰਤੇ ਬਾਰ ਨਾ ਲਾਈ। ਕਰਤੇ ਵਾਹਿਗੁਰੂ ਨੇ ਇਸ ਜੀਵਨ ਦੀ ਰਚਨਾ ਕਰਦਿਆਂ ਕੋਈ ਦੇਰੀ ਨਹੀਂ ਕੀਤੀ, ਯਾਨੀ ਕਿ ਉਹਦੇ ਲਈ ਕੋਈ ਉਚੇਚ ਨਹੀਂ ਸੀ। ਬੜੇ ਸਹਿਜ ਭਾਵ ਵਿੱਚ ਇਹ ਜੀਵਨ ਜਿਹੜਾ ਹੈ ਵਾਹਿਗੁਰੂ ਨੇ ਈਜਾਦ ਕੀਤਾ, ਬਣਾਇਆ, ਘੜਿਆ ਤੇ ਬਖਸ਼ ਦਿੱਤਾ। ਫਿਰ ਅੱਗੇ ਕਹਿੰਦੇ ਹਨ, ਪੰਚ ਪਹਿਰੂਆ ਦਰ ਮੈਂ ਰਹਤੇ, ਤਿਨ ਕਾ ਨਹੀਂ ਪਤਿਆਰਾ। ਹੁਣ ਐਸੇ ਘਰ ਦੀ ਰਖਵਾਲੀ ਕਰਨ ਲਈ 5 ਸੁਰੱਖਿਆ ਕਰਮੀ, ਸਿਕਿਉਰਿਟੀ ਗਾਰਡ ਰੱਖੇ ਸਨ, ਪਰ ਉਹ ਭਰੋਸੇਯੋਗ ਨਹੀਂ। ਉਹਨਾਂ ਦਾ ਕੋਈ ਯਕੀਨ ਨਹੀਂ ਕਿ ਉਹ ਰਿਸ਼ਵਤ ਲੈ ਕੇ ਚੋਰਾਂ ਨੂੰ ਅੰਦਰ ਹੀ ਲੰਘਾ ਦੇਣ। ਉਹ ਆਪ ਵੀ ਅਚੇਤ ਜਿਹੇ ਨੇ, ਉਹਨਾਂ ਨੂੰ ਕੋਈ ਆਪਣੀ ਡਿਊਟੀ, ਆਪਣੇ ਫਰਜ਼ ਦਾ ਕੋਈ ਧਿਆਨ ਨਹੀਂ। ਐਸੇ ਪਹਿਰੂਆ, ਐਸੇ ਸਿਕਿਉਰਿਟੀ ਵਾਲੇ, ਐਸੇ ਸੁਰੱਖਿਆ ਵਾਲੇ ਅਸੀਂ 5 ਤਾਇਨਾਤ ਕਰ ਲਏ। ਉਹ ਕੌਣ ਨੇ? ਸਾਡੇ 5 ਗਿਆਨ ਇੰਦਰੀ, ਅੱਖਾਂ, ਨੱਕ, ਕੰਨ, ਜ਼ਬਾਨ ਤੇ ਚਮੜੀ ਸਪਰਸ਼ ਕਰਦੀ ਹੈ। ਜਿੰਨਾ ਵੀ ਦਿਮਾਗ ਤੱਕ ਸਾਡੇ ਗਿਆਨ ਪਹੁੰਚਦਾ ਹੈ, ਇਹਨਾਂ 5 ਇੰਦਰੀਆਂ ਰਾਹੀਂ ਪਹੁੰਚਦਾ। ਇਹ 5 ਗਿਆਨ ਇੰਦਰੀ ਆਪਾਂ ਤਾਂ ਹੀ ਕਹਿੰਦੇ ਕਿਉਂਕਿ ਇਹਨਾਂ ਦੇ ਰਾਹੀਂ ਸਾਨੂੰ ਜਾਣਕਾਰੀ ਮਿਲਦੀ ਹੈ। ਕਹਿੰਦੇ ਨੇ ਪੰਜ ਪਹਿਰੂਆ ਧਰਮ ਹੈ। ਇਹ 5 ਪਹਿਰੂਆ ਆਪਾਂ ਪਹਿਰਾ ਦੇਣ ਵਾਲੇ ਨੂੰ ਕਹਿੰਦੇ ਆ, ਸੁਰੱਖਿਆ ਕਰਨ ਵਾਲੇ। ਧਰਮ ਹੈ ਰਹਤੇ, ਸਮਝੋ ਵੀ ਦਰਵਾਜ਼ੇ ਤੇ, ਸਰੀਰ ਦੇ ਦਰਵਾਜ਼ੇ ਤੇ ਖੜੇ ਨੇ 5 ਪਹਿਰੂਏ। ਤਿੰਨ ਕਾ ਨਹੀਂ ਪਤਿਆਰਾ, ਪਰ ਕਬੀਰ ਜੀ ਕਹਿੰਦੇ ਹਾਲਤ ਇਹ ਹੈ ਵੀ ਇਹਨਾਂ ਤੇ ਕੋਈ ਯਕੀਨ ਜਿਹਾ ਨਹੀਂ। ਵੀ ਅੱਖਾਂ ਦਾ ਕਰਮ ਹੈ, ਉਹਨਾਂ ਨੇ ਚੀਜ਼ ਵੇਖਣੀ ਹੈ ਤੇ ਦਿਮਾਗ ਤੱਕ ਉਸ ਇਨਫੋਰਮੇਸ਼ਨ ਨੂੰ ਪਾਸ ਕਰ ਦੇਣਾ। ਪਰ ਇਹ ਗਲਤ ਵੀ ਵੇਖ ਵੇਖ ਕੇ ਤੇ ਉਹ ਸਾਰਾ ਕੂੜਾ ਅੰਦਰ ਇਕੱਠਾ ਕਰੀ ਤੁਰੇ ਜਾ ਰਿਹਾ। 5 ਗਿਆਨ ਇੰਦਰੀ ਇਸੇ ਕੰਮ 'ਚ ਲੱਗੇ ਨੇ, ਕੋਈ ਯਕੀਨ ਵਾਲੇ ਨਹੀਂ ਹਨ ਇਹ, ਕਿਉਂਕਿ ਕੁਰਾਹੇ ਪਏ ਹੋਏ ਨੇ। ਫਿਰ ਫਰਮਾਉਂਦੇ ਨੇ, ਚੇਤ ਸੁਚੇਤ ਚਿੱਤ ਹੋਏ ਰਹੋ ਤਉ ਲੈ ਪ੍ਰਗਾਸ ਉਜਾਰਾ। ਤੇ ਜੇ ਪਤਾ ਹੋਵੇ ਵੀ ਜਿਹੜੇ 5 ਸੁਰੱਖਿਆ ਗਾਰਡ ਰੱਖੇ ਵੀ ਕੋਈ ਬਹੁਤੇ ਇਮਾਨਦਾਰ ਨਹੀਂ, ਤਾਂ ਉਸ ਸੁਰੱਖਿਆ ਘੇਰੇ ਵਿੱਚ ਰਹਿਣ ਵਾਲੇ ਨੂੰ ਥੋੜਾ ਸੁਚੇਤ ਹੋ ਜਾਣਾ ਚਾਹੀਦਾ। ਤਾਂ ਭਗਤ ਜੀ ਫਰਮਾਉਂਦੇ ਨੇ, ਚੇਤ, ਵਾਹਿਗੁਰੂ ਨੂੰ ਚੇਤੇ ਕਰ। ਹੇ ਮਨ, ਵਾਹਿਗੁਰੂ ਦਾ ਸਮਰਨ ਕਰ, ਪਰਮੇਸ਼ਰ ਦੀ ਯਾਦ ਵਿੱਚ ਜੁੜ, ਕਿਉਂਕਿ ਤੇਰੇ ਤੇ ਖੁਦ ਦੇ ਵੀ ਜਿਹੜੇ ਪਹਿਰੇਦਾਰ ਨੇ ਉਹ ਵੀ ਗਾਫਲ ਨੇ। ਸੁਚੇਤ ਚਿੱਤ ਹੋ ਰਿਹਾ, ਤੂੰ ਆਪਣੇ ਚਿੱਤ ਵਿੱਚ ਸੁਚੇਤ ਹੋ, ਯਾਨੀ ਕਿ ਤੇਰੇ ਅੰਦਰ ਵਿਵੇਕ ਦਾ ਚਿੰਤਨ ਹੋਣਾ ਚਾਹੀਦਾ ਹੈ। ਬਚਣ ਦਾ ਖੁਦ ਉਪਰਾਲਾ ਕਰ, ਅਵੇਰ ਰਹਿ, ਅੰਦਰੋਂ ਸੁਚੇਤ ਰਹਿ। ਵੀ ਅੱਖਾਂ ਜੋ ਵਿਖਾਉਂਦੀਆਂ ਨੇ ਹੋ ਸਕਦਾ ਉਹ ਵੀ ਗਲਤ ਹੋਵੇ, ਉਹਦਾ ਮਾਇਨਾ ਕੁਝ ਹੋਰ ਹੋਵੇ।
ਭਰਮ ਦੀ ਦੁਨੀਆ ਹੈ। ਗੱਲ ਤੁਸੀਂ ਕੋਈ ਸੁਣਦੇ ਹੋ, ਅਰਥ ਕੋਈ ਨਿਕਲਦਾ ਤੇ ਰਿਜ਼ਲਟ ਕੋਈ ਜਾ ਨਿਕਲਦਾ। ਕੋਈ ਚੀਜ਼ ਅਸੀਂ ਦੇਖੀਏ, ਜੱਜ ਅਸੀਂ ਕੁਝ ਕੀਤਾ, ਗੱਲ ਕੋਈ ਸੀ, ਉਹਨੂੰ ਅਸੀਂ ਅੱਗੇ ਪਾ। ਬਹੁਤ ਦੁਨੀਆ ਇਸੇ ਤਰ੍ਹਾਂ ਹੀ ਅਸੀਂ ਉਲਝੇ ਰਹਿੰਦੇ ਹਰ ਵੇਲੇ। ਦੋ ਵਿਅਕਤੀ ਖੜੇ ਨੇ, ਅਸੀਂ ਉਹਨਾਂ ਨੂੰ ਕੁਝ ਸਮਝਿਆ, ਉਹ ਕੁਝ ਸਨ। ਅਸੀਂ ਜੋ ਸਮਝਿਆ ਉਹਨੂੰ ਅਸੀਂ ਆਪਣੀ ਮਰਜ਼ੀ ਨਾਲ ਮੋਡੀਫਾਈ ਕਰਕੇ ਅੱਗੇ ਕਿਸੇ ਦੇ ਕੰਨੀ ਪਾਇਆ ਤੇ ਉਹ ਹੋਰ ਭਰਮ ਦਾ ਸ਼ਿਕਾਰ ਹੋਇਆ। ਇਸ ਤਰ੍ਹਾਂ ਹੀ ਉਲਝਣ ਵਧੀ ਤੁਰੀ ਜਾਂਦੀ ਹੈ ਜੀਵਨ 'ਚ। ਸੁਣਿਆ ਅਸੀਂ ਕੁਝ, ਕਹਿਣ ਵਾਲੇ ਦਾ ਮਤਲਬ ਕੁਝ ਸੀ, ਅਰਥ ਸਾਨੂੰ ਕੁਝ ਲੱਗਿਆ ਤੇ ਅਸੀਂ ਉਹਦਾ ਅੱਗੇ ਅਰਥ ਕੱਢ ਕੇ ਚੌਥੀ ਥਾਂ ਕੁਝ ਦੱਸਿਆ। ਕਿੰਨਾ ਫਰਕ ਪੈ ਗਿਆ। ਤੋ ਇਹਨੂੰ ਹਜ਼ੂਰ ਕਹਿੰਦੇ ਨੇ ਅੰਦਰੋਂ ਵੀ ਸੁਚੇਤ ਹੋ। ਤਉ ਲੈ ਪ੍ਰਗਾਸ ਉਜਾਰਾ, ਤਾਂ ਤੇਰੇ ਅੰਦਰ ਆਤਮਕ ਜੋਤ ਦਾ ਝਲਕਾਰਾ ਪਏਗਾ, ਤੇਰੇ ਅੰਦਰ ਤਾਂ ਪ੍ਰਕਾਸ਼ ਹੋਏਗਾ ਵਾਹਿਗੁਰੂ ਦੇ ਨਾਮ ਦਾ। ਉਸ ਪਰਮ ਜੋਤ ਦਾ ਝਲਕਾਰਾ ਤੇਰੇ ਅੰਦਰ, ਜਿਹੜਾ ਤੇਰੇ ਵਜੂਦ ਵਿੱਚ, ਉਹਦੀ ਸਮਝ ਤੈਨੂੰ ਤਾਂ ਪਏਗੀ। ਫਿਰ ਅਖੀਰ ਤੇ ਕਹਿੰਦੇ ਨੌ ਘਰ ਦੇਖ ਜੋ ਕਾਮਨ ਭੂਲੀ। ਜਿਹੜੀ ਜੀਵ ਆਤਮਾ ਹੈ ਉਹ ਨੌ ਘਰ, ਨੌ ਦਰਵਾਜ਼ਿਆਂ ਵਾਲੇ ਸਰੀਰ ਦੇ ਚਸਕਿਆਂ ਨੂੰ ਵੇਖ ਵੇਖ ਕੇ ਭੁੱਲੀ ਹੋਈ ਹੈ। ਯਾਨੀ ਕਿ ਸਰੀਰ ਦੇ ਪਦਾਰਥਾਂ ਤੇ ਭੋਗਾਂ ਤੱਕ ਸੀਮਤ ਹੈ, ਬਸਤੇ ਅਨੂਪ ਨਾ ਪਾਈ। ਜਿਹੜੀ ਅੰਦਰ ਅਸਲ ਵਸਤੂ ਵਾਹਿਗੁਰੂ ਨੇ ਅੰਮ੍ਰਿਤ ਨਾਮ ਰੱਖਿਆ, ਉਹਦੀ ਅਸੀਂ ਕੀਮਤ ਕਦਰ ਨਹੀਂ ਜਾਣਦੇ, ਉਹਦੀ ਸਮਝ ਨਹੀਂ ਹੈ। ਕਹਿਤ ਕਬੀਰ ਨਵੇਂ ਘਰ ਮੂਸੇ, ਦਸਵੇਂ ਤਤ ਸਮਾਈ। ਇਹ ਕਬੀਰ ਆਖ, ਕਈ ਵਾਰ ਨੌ ਦੇ ਨੌ ਇੰਦਰੇ, ਪੰਜੇ ਗਿਆਨ ਤੇ ਕਰਮ ਇੰਦਰੇ ਠੱਗੇ ਜਾਂਦੇ ਨੇ, ਵਿਸ਼ੇ ਵਿਕਾਰਾਂ ਦੀ ਗ੍ਰਿਫਤ 'ਚ ਹੁੰਦੇ ਨੇ। ਅਸਲ ਤੱਤ ਤਾਂ ਦਸਵੇਂ ਦੁਆਰ ਵਿੱਚ, ਜਿਸ ਨੂੰ ਸੋਚ ਵਿਚਾਰ ਕਿਹਾ, ਜਿਸ ਨੂੰ ਚਿੰਤਨ ਕਿਹਾ, ਉੱਥੇ ਪਿਆ ਹੈ। ਉਸ ਦਸਵੇਂ ਤੱਤ ਦਾ ਮਤਲਬ ਅਸਲੀਅਤ, ਪਰਮੇਸ਼ਰ ਦਾ ਵਾਸ, ਵਾਹਿਗੁਰੂ ਦੀ ਜੋਤ, ਉਹ ਸਾਡੇ ਅੰਦਰ ਹੈ, ਉੱਥੇ ਸਮਾਈ ਹੋਈ ਹੈ। ਉਹ ਸਾਨੂੰ ਆਪਣੇ ਚਿੰਤਨ ਵਿੱਚੋਂ ਹੀ ਪ੍ਰਗਟ ਕਰਨੀ ਪਏਗੀ। ਸਾਹਿਬ ਕਿਰਪਾ ਕਰਨ, ਭੁੱਲ ਚੁੱਕ ਦੀ ਮਹਾਰਾਜ ਖਿਮਾ ਬਖਸ਼ਣ। ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।